ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹਲਾ ਪਹਿਲਾ। ਜਾਤੋ ਜਾਏ ਕਹਾਂ ਤੇ ਆਵੈ, ਕਹਿ ਉਪਜੈ ਕਹਿ ਜਾਏ ਸਮਾਵੈ। ਕਿਉ ਬਾਧਿਓ ਕਿਉ ਮੁਕਤੀ ਪਾਵੈ, ਕਿਉ ਅਬਿਨਾਸੀ ਸਹਿਜ ਸਮਾਵੈ। ਨਾਮ ਹਿਰਦੈ ਅੰਮ੍ਰਿਤ ਮੁਖ ਨਾਮ, ਨਰ ਹਰਿ ਨਾਮ ਨਰ ਹਰਿ ਨਿਹਕਾਮ। ਰਹਾਉ ਸਹਿਜੇ ਆਵੈ ਸਹਿਜੇ ਜਾਇ, ਮਨ ਤੇ ਉਪਜੈ ਮਨ ਮਾਹੇ ਸਮਾਏ। ਗੁਰਮੁਖ ਮੁਕਤੋ ਬੰਧ ਨਾ ਪਾਏ, ਸ਼ਬਦ ਵਿਚਾਰ ਛੁਟੈ ਹਰਿ ਨਾਏ। ਤਰਵਰ ਪੰਖੀ ਬਹੁ ਨਿਸਬਾਸ, ਸੁਖ ਦੁਖੀਆ ਮਨ ਮੋਹ ਵਿਨਾਸ਼। ਸਾਂਝ ਬਿਹਾਗ ਤਕੈ ਆਗਾਸ, ਦਹਿ ਦਿਸ ਧਾਵੈ ਕਰਮ ਲਿਖਿਆਸ। ਨਾਮ ਸੰਜੋਗੀ ਗੋਇਲ ਥਾਟ, ਕਾਮ ਕ੍ਰੋਧ ਫੂਟੈ ਬਿਖ ਮਾਟ। ਬਿਨ ਵਖਰ ਸੂਨੋ ਘਰ ਹਾਟ, ਗੁਰ ਮਿਲ ਖੋਲੇ ਬੱਜਰ ਕਪਾਟ। ਸਾਧ ਮਿਲੈ ਪੂਰਬ ਸੰਜੋਗ, ਸਚ ਰਹਿਸੇ ਪੂਰੇ ਹਰ ਲੋਗ। ਮਨ ਤਨ ਦੇ ਲੈ ਸਹਿਜ ਸੁਭਾਏ, ਨਾਨਕ ਤਿਨ ਕੈ ਲਾਗੋ ਪਾਏ। ਮਨ ਤਨ ਦੇ ਲੈ ਸਹਿਜ ਸੁਭਾਏ, ਨਾਨਕ ਤਿਨ ਕੈ ਲਾਗੋ ਪਾਏ। ਗੌੜੀ ਮਹਲਾ ਪਹਿਲਾ। ਜਾਤੋ ਜਾਏ ਕਹਾਂ ਤੇ ਆਵੈ, ਕਹਿ ਉਪਜੈ ਕਹਿ ਜਾਏ ਸਮਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਗੁਰਬਾਣੀ ਦਾ ਰਸ ਪੈਨਾ ਮਨੋਹਰ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਆਪ ਸੰਗਤਾਂ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ ਤੇ ਮਹਾਨ ਬਖਸ਼ਿਸ਼ ਕੀਤੀ ਹੈ। ਇਹ ਸੁਭਾਗਾ ਸਮਾਂ ਐਵੇਂ ਨਹੀਂ ਮਿਲ ਜਾਂਦਾ। ਸਾਹਿਬਾਂ ਦੀ ਬਾਣੀ ਦਾ ਫਰਮਾਨ ਹੈ, ਪਾਰ ਬ੍ਰਹਮ ਹੋਆ ਸਹਾਈ,
ਕਥਾ ਕੀਰਤਨ ਸੁਖਦਾਈ। ਕਥਾ ਕੀਰਤਨ ਸੁਖ ਦੇ ਸਾਧਨ ਹਨ। ਜਦੋਂ ਸਤਸੰਗਤ ਵਿੱਚ ਬੈਠ ਕੇ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਅਤੇ ਗੁਰਬਾਣੀ ਦੀ ਵਿਚਾਰ ਸੁਣਨ ਦਾ ਸੁਭਾਗ ਪ੍ਰਾਪਤ ਹੋਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸਾਡੇ 'ਤੇ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਹੈ, ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਸਤਸੰਗਤ ਵਿੱਚ ਆਉਣਾ, ਇੱਥੇ ਬੈਠ ਕੇ ਬਾਣੀ ਨੂੰ ਸਰਵਣ ਕਰਨਾ, ਕੀਰਤਨ ਕਥਾ ਦੇ ਨਾਲ ਜੁੜਨਾ, ਇਹ ਵੀ ਇੱਕ ਵੱਡੀ ਬਖਸ਼ਿਸ਼ ਹੁੰਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਪਾਵਨ ਅੰਮ੍ਰਿਤ ਰੂਪ ਬਾਣੀ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ, ਉਹਨਾਂ ਦੀ ਵਿਚਾਰ ਆਰੰਭ ਹੈ। ਇਸ ਗੌੜੀ ਰਾਗ ਦੇ 6ਵੇਂ ਸ਼ਬਦ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕੁਝ ਮੁਕਤੀ ਦੇ ਪੰਧ 'ਤੇ ਚੱਲਣ ਵਾਲੇ ਜਿਗਿਆਸੂਆਂ ਦੇ ਮਨ ਦੇ ਵਿੱਚ ਕਈ ਸਵਾਲ ਪੈਦਾ ਹੁੰਦੇ ਹਨ। ਉਹਨਾਂ ਦਾ ਬਹੁਤ ਸੋਹਣੇ ਸੁਚੱਜੇ ਤਰੀਕੇ ਦੇ ਨਾਲ ਸਮਾਧਾਨ ਕੀਤਾ ਗਿਆ ਹੈ। ਰਹਾਉ ਦੀਆਂ ਪੰਕਤੀਆਂ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਗੁਰਮੁਖ ਦੀ ਅਵਸਥਾ ਪ੍ਰਗਟ ਕਰਕੇ ਦਿਖਾਈ ਹੈ। ਨਾਮ ਹਿਰਦੈ ਅੰਮ੍ਰਿਤ ਮੁਖ ਨਾਮ, ਨਰ ਹਰ ਨਾਮ ਨਰ ਹਰ ਨਿਹ ਕਾਮ। ਰਹਾਉ ਇਹਨਾਂ ਸਿਧਾਂਤ ਰੂਪ ਪੰਕਤੀਆਂ ਅੰਦਰ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਨਾਮ ਹਿਰਦੈ ਅੰਮ੍ਰਿਤ ਮੁਖ ਨਾਮ। ਜਿਨ੍ਹਾਂ ਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ ਅਤੇ ਜਿਨ੍ਹਾਂ ਦੇ ਮੁਖ ਦੇ ਅੰਦਰ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਅੰਮ੍ਰਿਤ ਨਾਮ ਵਸ ਜਾਂਦਾ ਹੈ, ਇੱਕੋ ਦਾ ਹੀ ਰਸਨਾ ਤੋਂ ਜਾਪ ਕਰਦੇ ਹਨ, ਇੱਕੋ ਦਾ ਹੀ ਮਨ ਵਿੱਚ ਸਿਮਰਨ ਕਰਦੇ ਹਨ। ਨਰ ਹਰ ਨਾਮ, ਨਰ ਹਰ ਦਾ ਅਰਥ ਹੈ ਨਰਾਂ ਨੂੰ ਹਰੇ ਭਰੇ ਕਰਨ ਵਾਲਾ ਜੋ ਅਕਾਲ ਪੁਰਖ ਹੈ, ਜਿਸ ਦੇ ਹਿਰਦੇ ਵਿੱਚ ਨਾਮ ਵਸ ਜਾਵੇ ਉਸ ਨੂੰ ਨਿਹਾਲ ਕਰ ਦਿੰਦਾ ਹੈ। ਨਰ ਹਰ ਨਿਹ ਕਾਮ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜੇ ਕੋਈ ਕਾਮਨਾ ਨੂੰ ਲੈ ਕੇ ਜਪੇ ਉਹਦੀ ਕਾਮਨਾ ਪੂਰੀ ਕਰ ਦਿੰਦਾ ਹੈ, ਅਤੇ ਜੇ ਕੋਈ ਨਿਸ਼ਕਾਮ ਹੋ ਕੇ ਜਪਦਾ ਹੈ ਉਹਨੂੰ ਮੁਕਤੀ ਦੀ ਪਦਵੀ ਪ੍ਰਦਾਨ ਕਰ ਦਿੰਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨਾਂ ਪੰਕਤੀਆਂ ਦੇ ਅੰਦਰ ਗੁਰਮੁਖ ਦੀ ਅਵਸਥਾ ਨੂੰ ਬਿਆਨ ਕੀਤਾ ਹੈ। ਗੁਰਮੁਖਾਂ ਦੀ ਰਸਨਾ 'ਤੇ ਵੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੁੰਦਾ ਹੈ। ਗੁਰਮੁਖਾਂ ਦੇ ਹਿਰਦੇ ਵਿੱਚ ਵੀ ਉਸੇ ਪ੍ਰਭੂ ਦਾ ਨਾਮ ਵਸ ਜਾਂਦਾ ਹੈ। ਇਸੇ ਲਈ ਨਰ ਹਰ ਨਾਮ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਉਹਨਾਂ ਦੀਆਂ ਸਾਰੀਆਂ ਸੰਸਾਰਕ ਲੋੜਾਂ ਪੂਰੀਆਂ ਕਰਦਾ ਹੈ। ਨਰ ਹਰ ਨਿਹ ਕਾਮ, ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਉਹਨਾਂ ਨੂੰ ਨਿਸ਼ਕਾਮਤਾ ਬਖਸ਼ਿਸ਼ ਕਰਕੇ ਮੁਕਤੀ ਦੇ ਅਧਿਕਾਰੀ ਬਣਾ ਦਿੰਦਾ ਹੈ। ਇਹ ਰਹਾਉ ਦੀਆਂ ਪੰਕਤੀਆਂ ਵਿੱਚ ਗੁਰਮੁਖ ਦੀ ਅਵਸਥਾ ਦਾ ਬਹੁਤ ਸੋਹਣਾ ਨਿਰਣਾ ਪ੍ਰਗਟ ਕਰਕੇ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕੋ ਜੋ ਜਿਗਿਆਸੂਆਂ ਵੱਲੋਂ ਪ੍ਰਸ਼ਨ ਹੁੰਦੇ ਨੇ ਔਰ ਇਹਨਾਂ ਪ੍ਰਸ਼ਨਾਂ ਦਾ ਸੰਬੰਧ
ਸਾਡੀ ਆਤਮਾ ਦੇ ਨਾਲ ਹੈ, ਸੂਖਸ਼ਮ ਸਰੀਰ ਦੇ ਨਾਲ ਹੈ, ਅਥਵਾ ਸਾਡੀ ਜ਼ਮੀਰ ਦੇ ਨਾਲ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਉਹਨਾਂ ਪ੍ਰਸ਼ਨਾਂ ਦਾ ਬਾ ਤਰਤੀਬ ਨਿਰਣਾ ਪੇਸ਼ ਕਰਦੇ ਹਨ, ਫਿਰ ਉਸ ਤੋਂ ਬਾਅਦ ਉਹਨਾਂ ਦਾ ਸਮਾਧਾਨ ਵੀ ਸਤਿਗੁਰੂ ਨੇ ਕੀਤਾ ਹੈ। ਲਓ ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਮਹੱਲਾ ਪਹਿਲਾ। ਜਾਤੋ ਜਾਏ ਕਹਾਂ ਤੇ ਆਵੈ, ਕਹਿ ਉਪਜੈ ਕਹਿ ਜਾਏ ਸਮਾਵੈ। ਗੌੜੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਜਗਿਆਸੂ ਵੱਲੋਂ ਪ੍ਰਸ਼ਨ ਹੈ, ਜਾਤੋ ਜਾਏ, ਇਸ ਗੱਲ ਨੂੰ ਜਾਣਿਆ ਜਾਵੇ, ਕਹਾਂ ਤੇ ਆਵੈ, ਇਹ ਜੋ ਜੀਵ ਆਤਮਾ ਹੈ ਇਹ ਕਿੱਥੋਂ ਆਉਂਦਾ ਹੈ। ਇਹ ਇੱਕ ਅਧਿਆਤਮਕ ਪ੍ਰਸ਼ਨ ਹੈ। ਜਿਸ ਜੀਵ ਆਤਮਾ ਨੇ ਮੁਕਤੀ ਨੂੰ ਹਾਸਲ ਕਰਨਾ ਹੈ, ਉਸ ਆਤਮਾ ਦੇ ਸੰਬੰਧ ਵਿੱਚ ਵਿਚਾਰਾਂ ਨੇ। ਜਾਤੋ ਜਾਏ, ਜਾਤੋ ਜਾਏ ਦਾ ਅਰਥ ਹੈ ਇਹ ਗੱਲ ਜਾਣੀ ਜਾਵੇ। ਕਹਾਂ ਤੇ ਆਵੈ, ਇਹ ਜੀਵ ਆਤਮਾ ਕਿੱਥੋਂ ਆਉਂਦਾ ਹੈ, ਇਹ ਪਹਿਲਾ ਪ੍ਰਸ਼ਨ ਹੈ। ਕਹਿ ਉਪਜੈ, ਇਹ ਜੀਵ ਆਤਮਾ ਕਿੱਥੋਂ ਪੈਦਾ ਹੁੰਦਾ ਹੈ। ਕਹਿ ਜਾਏ ਸਮਾਵੈ, ਤੇ ਫਿਰ ਇਹ ਕਿੱਥੇ ਜਾ ਕੇ ਸਮਾਵੈ ਦਾ ਅਰਥ ਲੀਨ ਹੋ ਜਾਂਦਾ। ਇਹ ਤਿੰਨ ਪ੍ਰਸ਼ਨ ਨੇ। ਇੱਕ ਤਾਂ ਜੀਵ ਆਤਮਾ ਕਿੱਥੋਂ ਆਉਂਦਾ ਹੈ, ਕਿੱਥੋਂ ਪੈਦਾ ਹੁੰਦਾ ਹੈ, ਤੇ ਅੰਤ ਨੂੰ ਕਿੱਥੇ ਜਾ ਕੇ ਸਮਾਵੈ ਲੀਨ ਹੁੰਦਾ ਹੈ। ਇਹ ਤਿੰਨ ਪ੍ਰਸ਼ਨ ਹੋ ਗਏ ਹਨ। ਕਿਉਂ ਬਾਧਿਓ ਕਿਉਂ ਮੁਕਤੀ ਪਾਵੈ, ਕਿਉਂ ਅਬਿਨਾਸੀ ਸਹਿਜ ਸਮਾਵੈ। ਲਓ ਹੁਣ ਤਿੰਨ ਪ੍ਰਸ਼ਨ ਹੋਰ ਅੱਗੇ ਸਤਿਗੁਰੂ ਕਰ ਰਹੇ ਹਨ। ਕਿਉਂ ਬਾਧਿਓ, ਇਹ ਜਿਹੜਾ ਜੀਵ ਆਤਮਾ ਹੈ ਮੋਹ ਮਾਇਆ ਦੇ ਬੰਧਨਾਂ ਦੇ ਵਿੱਚ ਕਿਉਂ ਵੱਜ ਗਿਆ ਹੈ, ਕਿਉਂ ਮੁਕਤੀ ਪਾਵੈ। ਅਤੇ ਪੰਜਵਾਂ ਪ੍ਰਸ਼ਨ ਹੈ, ਇਹ ਮੁਕਤੀ ਕਿਵੇਂ ਪ੍ਰਾਪਤ ਕਰ ਸਕਦਾ ਹੈ। ਅਤੇ ਛੇਵਾਂ ਪ੍ਰਸ਼ਨ ਅੱਗੇ ਹੋਰ ਕਰਦੇ ਨੇ, ਕਿਉਂ ਅਬਨਾਸੀ ਸਹਿਜ ਸਮਾਵੈ। ਅਬਨਾਸੀ ਦਾ ਅਰਥ ਹੈ ਨਾਸ ਤੋਂ ਰਹਿਤ, ਜੋ ਸਹਿਜ ਆਤਮਕ ਅਡੋਲ ਅਵਸਥਾ ਹੈ, ਉਹਦੇ ਵਿੱਚ ਕਿਵੇਂ ਜਾ ਕੇ ਲੀਨ ਹੋ ਸਕਦਾ। ਕਿਉਂਕਿ ਮੁਕਤੀ ਨਾਲੋਂ ਜਿਹੜੀ ਸਹਿਜ ਅਵਸਥਾ ਹੈ ਉਹ ਇੱਕ ਵੱਖਰੀ ਅਵਸਥਾ ਹੈ। ਮਹਾਂਪੁਰਖ ਚਾਰ ਪ੍ਰਕਾਰ ਦੀ ਮੁਕਤੀ ਦਾ ਵਰਣਨ ਕਰਦੇ ਸਨ। ਸਾਲੋਕ, ਸਾਮੀਪ, ਸਾਰੂਪ, ਸਾਯੁਜ, ਇਹ ਚਾਰ ਉਹਨਾਂ ਮੁਕਤੀਆਂ ਦੇ ਨਾਮ ਨੇ। ਸ਼ਲੋਕ ਦਾ ਅਰਥ ਹੈ ਉਸ ਲੋਕ ਵਿੱਚ ਪਹੁੰਚ ਜਾਣਾ ਜਿੱਥੇ ਸਾਡਾ ਇਸ਼ਟ ਰਹਿੰਦਾ ਹੋਵੇ। ਸ਼ਲੋਕ ਸਾਮੀਪ, ਸਾਮੀਪ ਮੁਕਤੀ ਉਸ ਨੂੰ ਕਹਿੰਦੇ ਨੇ ਜਿੱਥੇ ਉਹ ਰਹਿੰਦਾ ਹੈ ਉਹਦੇ ਨੇੜੇ ਜਾ ਕੇ ਰਹਿਣਾ। ਸ਼ਲੋਕ, ਉਹ ਸ਼ਲੋਕ ਵਿੱਚ ਚਲੇ ਜਾਣਾ। ਅਤੇ ਸਮੀਪ ਦਾ ਅਰਥ ਹੈ ਉਹਦੇ ਬਿਲਕੁਲ ਨੇੜੇ ਪਹੁੰਚ ਜਾਣਾ। ਇਹ ਦੂਸਰੀ ਮੁਕਤੀ ਹੈ। ਸ਼ਲੋਕ ਸਾਮੀਪ ਸਾਰੂਪ, ਤੀਸਰੀ ਸਰੂਪ ਮੁਕਤੀ ਹੈ। ਜਿਹੋ ਜਿਹਾ ਸਾਡੇ ਇਸ਼ਟ ਦਾ ਰੂਪ ਹੈ ਉਹੋ ਜਿਹਾ ਸਰੂਪ ਵੀ ਪ੍ਰਾਪਤ ਹੋ ਜਾਣਾ, ਇਹ ਤੀਜੀ ਮੁਕਤੀ ਹੈ। ਸਾਯੁਜ, ਇਹ ਚੌਥੀ ਮੁਕਤੀ ਹੈ। ਉਹਦੇ ਨਾਲ ਜੁੜ ਜਾਣਾ, ਉਹਦੇ ਨਾਲ ਬਗਲਗੀਰ ਹੋ ਜਾਣਾ, ਇਹ ਚੌਥੀ ਮੁਕਤੀ ਹੈ। ਪਰ ਕਿਉ ਅਬਨਾਸੀ ਸਹਿਜ ਸਮਾਵੈ, ਜਿਹੜੀ ਅਬਨਾਸੀ ਪਦ ਵਿੱਚ ਪਹੁੰਚ ਕੇ ਜਿਹੜੀ ਅਵਸਥਾ ਪ੍ਰਾਪਤ ਹੁੰਦੀ ਹੈ ਉਸ ਨੂੰ ਕੇਵਲ ਮੁਕਤੀ ਦਾ ਨਾਮ ਦਿੱਤਾ ਗਿਆ ਹੈ। ਕੇਵਲ ਮੁਕਤੀ ਦਾ ਸਰੂਪ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ,
ਨਾਨਕ ਪ੍ਰਭ ਕੈ ਸਦ ਕੁਰਬਾਨ। ਇਹ 6 ਪ੍ਰਸ਼ਨ ਨੇ। ਪਹਿਲਾ ਪ੍ਰਸ਼ਨ ਸੀ ਇਹ ਜੀਵ ਕਿੱਥੋਂ ਆਉਂਦਾ ਹੈ। ਦੂਸਰਾ ਪ੍ਰਸ਼ਨ ਸੀ ਕਹਿ ਉਪਜੈ, ਇਹ ਕਿੱਥੋਂ ਪੈਦਾ ਹੁੰਦਾ ਹੈ। ਕਹਿ ਜਾਏ ਸਮਾਵੈ। ਤੀਜਾ ਪ੍ਰਸ਼ਨ ਹੈ ਉਹ ਕਿੱਥੇ ਜਾ ਕੇ ਲੀਨ ਹੁੰਦਾ। ਕਿਉਂ ਬਾਧਿਓ, ਇਹ ਮੋਹ ਮਾਇਆ ਦੇ ਬੰਧਨਾਂ ਵਿੱਚ ਕਿਉਂ ਵੱਜਿਆ ਹੈ ਤੇ ਕਿਵੇਂ ਉਸ ਨੂੰ ਮੁਕਤੀ ਮਿਲ ਸਕਦੀ ਹੈ। ਇਹ ਪੰਜਵਾਂ ਪ੍ਰਸ਼ਨ ਹੈ। ਕਿਉਂ ਅਬਿਨਾਸੀ ਸਹਿਜ ਸਮਾਵੈ, ਇਹ ਉਸ ਅਬਿਨਾਸੀ ਪਦ ਵਿੱਚ ਜਾ ਕੇ ਆਤਮਕ ਅਡੋਲ ਅਵਸਥਾ ਵਿੱਚ ਕਿਵੇਂ ਜਾ ਕੇ ਲੀਨ ਹੋ ਸਕਦਾ ਹੈ। ਭਾਵ ਕੇਵਲ ਮੁਕਤੀ ਇਸ ਨੂੰ ਕਿਵੇਂ ਮਿਲ ਸਕਦੀ ਹੈ। ਵਾਹਿਗੁਰੂ ਵਿੱਚ ਕਿਵੇਂ ਅਭੇਦ ਹੋ ਸਕਦਾ ਹੈ। ਇਹ 6 ਪ੍ਰਸ਼ਨ ਪਹਿਲਾਂ ਸਤਿਗੁਰੂ ਮਹਾਰਾਜ ਨੇ ਪ੍ਰਗਟ ਕੀਤੇ ਹਨ। ਨਾਮ ਹਿਰਦੈ ਅੰਮ੍ਰਿਤ ਮੁਖ ਨਾਮ, ਨਰ ਹਰ ਨਾਮ ਨਰ ਹਰ ਨਿਹ ਕਾਮ। ਰਹਾਉ। ਇਹ ਰਹਾਉ ਦੀਆਂ ਪੰਕਤੀਆਂ ਸਿਧਾਂਤ ਰੂਪ ਪੰਕਤੀਆਂ ਹਨ। ਇਹਨਾਂ ਪੰਕਤੀਆਂ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਗੁਰਮੁਖ ਦੀ ਅਵਸਥਾ ਪ੍ਰਗਟ ਕੀਤੀ ਹੈ। ਗੁਰਮੁਖ ਦੇ ਹਿਰਦੇ ਵਿੱਚ ਵੀ ਵਾਹਿਗੁਰੂ ਦਾ ਨਾਮ ਹੁੰਦਾ ਹੈ। ਉਹਦੇ ਮੁਖ ਦੇ ਅੰਦਰ ਵੀ ਵਾਹਿਗੁਰੂ ਦਾ ਅੰਮ੍ਰਿਤ ਰੂਪ ਨਾਮ ਹੁੰਦਾ ਹੈ। ਨਰ ਹਰ ਨਾਮ, ਉਹ ਨਰਾਂ ਨੂੰ ਹਰੇ ਪਰੇ ਕਰਨ ਵਾਲੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਕੇ ਗੁਰਮੁਖ ਆਪਣੀਆਂ ਸੰਸਾਰਕ ਲੋੜਾਂ ਵੀ ਪੂਰੀਆਂ ਕਰਦਾ ਹੈ। ਤੇ ਨਰ ਹਰ ਨਿਹ ਕਾਮ, ਉਸੇ ਪ੍ਰਭੂ ਦਾ ਨਾਮ ਜਪ ਕੇ ਉਹ ਨਿਸਕਾਮਤਾ ਨੂੰ ਹਾਸਲ ਕਰਕੇ ਮੁਕਤੀ ਦਾ ਵੀ ਅਧਿਕਾਰੀ ਬਣ ਜਾਂਦਾ ਹੈ। ਰਹਾਉ। ਹੁਣ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਪਹਿਲੇ 6 ਪ੍ਰਸ਼ਨ ਸਨ, ਹੁਣ ਉਹਨਾਂ ਦਾ ਤਰਤੀਬਵਾਰ ਉੱਤਰ ਦਿੰਦੇ ਹਨ। ਲੋ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ। ਸਹਿਜੇ ਆਵੈ ਸਹਿਜੇ ਜਾਏ, ਮਨ ਤੇ ਉਪਜੈ ਮਨ ਮਾਹੇ ਸਮਾਏ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਹਿਲੇ ਪ੍ਰਸ਼ਨ ਦਾ ਜਾਤੋ ਜਾਏ ਕਹਾਂ ਤੇ ਆਵੈ, ਇਹ ਕਿੱਥੋਂ ਆਉਂਦਾ ਹੈ ਤੇ ਕਿੱਥੇ ਚਲਿਆ ਜਾਂਦਾ ਹੈ, ਇਹਦਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਵਾਬ ਦਿੰਦੇ ਹਨ। ਸਹਿਜੇ ਆਵੈ, ਇਹ ਜਿਹੜਾ ਜੀਵ ਹੈ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸਹਿਜੇ ਆ ਜਾਂਦਾ ਹੈ। ਉਸੇ ਹੁਕਮ ਦੇ ਅੰਦਰ ਹੀ ਸਹਿਜੇ ਜਾਏ ਤੁਰ ਜਾਂਦਾ ਹੈ। ਤੇ ਫਿਰ ਇਹ ਪੈਦਾ ਕਿੱਥੋਂ ਹੁੰਦਾ ਹੈ, ਲੀਨ ਕਿੱਥੇ ਜਾ ਕੇ ਹੁੰਦਾ ਹੈ। ਮਨ ਤੇ ਉਪਜੈ, ਇੱਥੇ ਮਨ ਤੋਂ ਮੁਰਾਦ ਹੈ ਅਕਾਲ ਪੁਰਖ ਵਾਹਿਗੁਰੂ ਦੀ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇਹ ਜਿਹੜਾ ਜੀਵ ਆਤਮਾ ਹੈ ਮਨ, ਉਹ ਸ਼੍ਰੋਮਣੀ ਅਕਾਲ ਪੁਰਖ ਵਾਹਿਗੁਰੂ ਤੋਂ ਹੀ ਪੈਦਾ ਹੋਇਆ ਹੈ। ਤੇ ਮਨ ਮਾਹੇ ਸਮਾਵੈ, ਇਹ ਜੀਵ ਆਤਮਾ ਸੇਵਾ ਸਿਮਰਨ ਦੀ ਸਾਧਨਾ ਕਰਕੇ ਉਸੇ ਅਕਾਲ ਪੁਰਖ ਵਾਹਿਗੁਰੂ ਵਿੱਚ ਜਾ ਕੇ ਲੀਨ ਹੋ ਜਾਂਦਾ ਹੈ। ਇਹਦਾ ਮਤਲਬ ਇਹ ਹੋਇਆ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਹਰ ਜੀਵ ਆਉਂਦਾ ਹੈ, ਉਸੇ ਦੇ ਹੁਕਮ ਦੇ ਵਿੱਚ ਸੁਤੇ ਸਿੱਧ ਤੁਰ ਜਾਂਦਾ ਹੈ। ਇਹ ਜੀਵ ਆਤਮਾ ਉਸ ਵਾਹਿਗੁਰੂ ਤੋਂ ਪੈਦਾ ਹੋਇਆ ਹੈ ਤੇ ਆਖਰ ਉਹਦੇ ਵਿੱਚ ਹੀ ਜਾ ਕੇ ਲੀਨ ਹੋ ਜਾਂਦਾ ਹੈ। ਗੁਰਮੁਖ ਮੁਕਤੋ ਬੰਧ ਨਾ ਪਾਏ, ਸ਼ਬਦ ਵਿਚਾਰ ਛੁਟੈ ਹਰ ਨਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਕਿਉਂ ਬਾਧਿਓ ਕਿਉਂ ਮੁਕਤੀ ਪਾਵੇ। ਇਹਦਾ ਜਵਾਬ ਦਿੰਦੇ ਨੇ ਗੁਰਮੁਖ ਮੁਕਤੋ ਬੰਧ ਨਾ ਪਾਏ। ਜਦੋਂ ਜੀਵ ਆਤਮਾ ਗੁਰੂ ਦੀ ਸ਼ਰਨ ਵਿੱਚ ਚਲਿਆ ਜਾਂਦਾ ਹੈ ਤੇ ਗੁਰੂ ਦੀ ਸ਼ਰਨ ਵਿੱਚ ਜਾ ਕੇ ਗੁਰੂ ਦੀ ਦੀਖਿਆ ਗੁਰੂ ਦੀ ਸਿੱਖਿਆ ਨੂੰ ਧਾਰਨ ਕਰ ਲੈਂਦਾ ਹੈ ਮੁਕਤੋ, ਫਿਰ ਇਹ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਬੰਧ ਨਾ ਪਾਏ, ਫਿਰ ਉਹਨੂੰ ਕਿਸੇ ਕਿਸਮ ਦਾ ਵੀ ਬੰਧਨ ਨਹੀਂ ਪੈ ਸਕਦਾ। ਇਹ ਜਿਹੜਾ ਜੀਵ ਆਤਮਾ ਹੈ ਵਾਹਿਗੁਰੂ ਤੋਂ ਵਿਛੜ ਕੇ ਮੋਹ ਮਾਇਆ ਦੇ ਬੰਧਨਾਂ ਦੇ ਵਿੱਚ ਫਸਿਆ ਹੋਇਆ ਹੈ। ਪਰ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੀ ਦੀਖਿਆ ਤੇ ਸਿੱਖਿਆ ਨੂੰ ਧਾਰਨ ਕਰ ਲਵੇ ਫਿਰ ਇਹ ਮੁਕਤ ਹੋ ਜਾਂਦਾ ਹੈ। ਫਿਰ ਦੁਬਾਰਾ ਮੁੜ ਕੇ ਇਸ ਨੂੰ ਬੰਧਨ ਨਹੀਂ ਪੈਂਦੇ। ਸ਼ਬਦ ਵਿਚਾਰ ਛੁਟੈ ਹਰ ਨਾਏ, ਕਿਉਂਕਿ ਗੁਰੂ ਦੀ ਸ਼ਰਨ ਵਿੱਚ ਜਾ ਕੇ ਸ਼ਬਦ ਵਿਚਾਰ ਗੁਰੂ ਸ਼ਬਦ ਨੂੰ ਵਿਚਾਰ ਕੇ ਤੇ ਹਰ ਨਾਏ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਸਿਮਰ ਕੇ ਛੁਟੈ, ਇਹ ਮੋਹ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ ਹੈ। ਤਰਵਰ ਪੰਖੀ ਬਹੁ ਨਿਸਬਾਸ, ਸੁਖ ਦੁਖੀਆ ਮਨ ਮੋਹ ਵਿਨਾਸ਼। ਲਓ ਜਿਹੜੇ ਪਹਿਲੇ ਪ੍ਰਸ਼ਨ ਸਨ ਉਹਨਾਂ ਦਾ ਸਮਾਧਾਨ ਗੁਰੂ ਮਹਾਰਾਜ ਨੇ
ਇੱਥੇ ਸਮਾਪਤ ਕਰ ਦਿੱਤਾ ਹੈ। ਹੁਣ ਅੱਗੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਜੀਵ ਆਤਮਾ ਦੇ ਆਉਣ ਜਾਣ ਦਾ ਜੋ ਸਿਲਸਿਲਾ ਹੈ ਉਹਨੂੰ ਬੜੇ ਸੁੰਦਰ ਸੋਹਣੇ ਤਰੀਕੇ ਦੇ ਨਾਲ ਵਰਣਨ ਕਰਦੇ ਹਨ। ਤਰਵਰ ਪੰਖੀ ਬਹੁ ਨਿਸਬਾਸ, ਜਿਵੇਂ ਕਿਸੇ ਬਿਰਸ਼ ਦੇ ਉੱਤੇ, ਤਰਵਰ ਦਾ ਅਰਥ ਹੈ ਬਿਰਸ਼, ਸੋਹਣਾ ਦਰਖਤ, ਜਿਵੇਂ ਕਿਸੇ ਸੋਹਣੇ ਦਰਖਤ ਦੇ ਉੱਤੇ, ਨਿਸ ਦਾ ਅਰਥ ਹੈ ਰਾਤ ਦੇ ਸਮੇਂ ਬਹੁਤ ਸਾਰੇ ਪੰਛੀਆਂ ਦਾ ਨਿਵਾਸ ਹੁੰਦਾ ਹੈ। ਜਦੋਂ ਰਾਤ ਪੈਂਦੀ ਹੈ ਕਿਸੇ ਸੋਹਣੇ ਸ਼ਾਨਦਾਰ ਬਿਰਸ਼ 'ਤੇ ਆ ਕੇ ਬਹੁਤ ਸਾਰੇ ਪੰਛੀ ਵਸਦੇ ਨੇ। ਸੁਖ ਦੁਖੀਆ ਮਨ ਮੋਹ ਵਿਨਾਸ਼, ਕੋਈ ਆਪਣੇ ਕਰਮਾਂ ਦੇ ਨਾਲ ਸੁਖੀ ਹੁੰਦਾ ਹੈ, ਕੋਈ ਆਪਣੇ ਕਰਮਾਂ ਦੇ ਨਾਲ ਦੁਖੀ ਵੀ ਹੁੰਦਾ ਹੈ। ਮਨ ਮੋਹ ਵਿਨਾਸ਼, ਮਨ ਦੇ ਵਿੱਚ ਮਾਇਆ ਦਾ ਮੋਹ, ਜੋ ਵਿਨਾਸ਼ ਦਾ ਅਰਥ ਹੈ ਵਿਨਾਸ਼ਕਾਰੀ ਹੈ, ਉਹਦੇ ਕਾਰਨ ਇਹ ਜੀਵ ਸੁਖੀ ਤੇ ਦੁਖੀ ਹੁੰਦੇ ਨੇ। ਤਰਵਰ ਪੰਖੀ ਬਹੁ ਨਿਸਬਾਸ, ਇਸੇ ਤਰ੍ਹਾਂ ਸੰਸਾਰ ਇੱਕ ਦਰਖਤ ਹੈ। ਇਸ ਸੰਸਾਰ ਰੂਪੀ ਬਿਰਸ਼ ਦੇ ਉੱਤੇ ਬਹੁਤ ਸਾਰੇ ਪੰਛੀ ਜਿਹੜੇ ਜੀਵ ਨੇ ਉਹ ਵਸ ਰਹੇ ਨੇ। ਨਿਸ ਦਾ ਅਰਥ ਹੈ ਰਾਤ। ਇਹ ਆਪਣੀ ਜ਼ਿੰਦਗੀ ਦੀ ਰਾਤ ਬਸਰ ਕਰਨ ਦੇ ਵਾਸਤੇ ਜਿੰਨੇ ਵੀ ਜੀਵ ਰੂਪ ਪੰਛੀ ਨੇ ਉਹ ਸਾਰੇ ਦੇ ਸਾਰੇ ਸੰਸਾਰ ਰੂਪੀ ਬਿਰਸ਼ ਦੇ ਉੱਤੇ ਆ ਕੇ ਬੈਠੇ ਨੇ। ਸੁਖ ਦੁਖੀਆ ਮਨ ਮੋਹ ਵਿਨਾਸ਼, ਇਹ ਮਾਇਆ, ਮਨ ਦੇ ਵਿੱਚ ਮਾਇਆ ਦਾ ਮੋਹ ਹੋਣ ਕਰਕੇ ਕਈ ਜੀਵ ਰੂਪ ਪੰਛੀ ਸੁਖੀ ਵੀ ਹਨ ਤੇ ਕਈ ਦੁਖੀ ਵੀ ਹੋ ਰਹੇ ਨੇ, ਕਿਉਂਕਿ ਜਿਹੜਾ ਮਾਇਆ ਦਾ ਮੋਹ ਹੈ ਵਿਨਾਸ਼, ਇਹ ਵਿਨਾਸ਼ਕਾਰੀ ਹੈ। ਮਾਇਆ ਦੇ ਮੋਹ ਦੇ ਕਾਰਨ ਹੀ ਇਹ ਜੀਵ ਨੂੰ ਬਾਰ-ਬਾਰ ਜੰਮਣਾ ਮਰਨਾ ਪੈਂਦਾ ਹੈ, ਆਉਣ ਜਾਣ ਦੇ ਚੱਕਰ ਵਿੱਚ ਫਸਣਾ ਪੈਂਦਾ ਹੈ। ਜਿਸ ਪਾਸੇ ਮਨ ਦਾ ਮੋਹ ਹੁੰਦਾ ਹੈ ਉਸ ਪਾਸੇ ਵੱਲ ਨੂੰ ਜੀਵ ਆਤਮਾ ਨੂੰ ਜਾਣਾ ਪੈਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਜਿਹੜਾ ਮਾਇਆ ਦਾ ਮੋਹ ਹੈ ਇਹ ਵਿਨਾਸ਼ਕਾਰੀ ਹੈ। ਮਨ ਦੇ ਵਿੱਚ ਮਾਇਆ ਦਾ ਮੋਹ ਹੋਣ ਕਰਕੇ ਇਹ ਜਿਹੜੇ ਜੀਵ ਨੇ ਕੋਈ ਸੰਸਾਰਕ ਦ੍ਰਿਸ਼ਟੀਕੋਣ ਤੋਂ ਸੁਖੀ ਵੀ ਹਨ ਤੇ ਕੋਈ ਦੁਖੀ ਵੀ ਹਨ। ਸਾਂਝ ਬਿਹਾਗ ਤੱਕੈ ਆਗਾਸ, ਦਹਿ ਦਿਸ ਧਾਵੈ ਕਰਮ ਲਿਖਿਆਸ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਰਾਤ ਗੁਜ਼ਰ ਜਾਂਦੀ ਹੈ, ਸਾਂਝ ਦਾ ਅਰਥ ਹੈ ਸਵੇਰ ਦਾ ਵਕਤ ਹੁੰਦਾ ਹੈ, ਬਿਹਾਗ ਦਾ ਅਰਥ ਹੈ ਜਿਹੜੇ ਪੰਛੀ ਨੇ, ਤੱਕੈ ਹੈ ਆਗਾਸ, ਉਹ ਆਪਣੀ ਚੋਗ ਵਾਸਤੇ, ਆਪਣੀ ਰੋਜੀ ਰੋਟੀ ਵਾਸਤੇ, ਤੱਕੈ ਹੈ ਆਗਾਸ, ਆਕਾਸ਼ ਵੱਲ ਤੱਕਦੇ ਨੇ। ਇਹਦਾ ਮਤਲਬ ਹੁੰਦਾ ਹੈ ਜਦੋਂ ਰਾਤ ਪੂਰੀ ਹੋ ਜਾਂਦੀ ਹੈ ਫਿਰ ਸਵੇਰ ਹੁੰਦੇ ਸਾਰ ਪੰਛੀ ਉਡਾਰੀਆਂ ਮਾਰਦੇ ਨੇ। ਇਸੇ ਤਰ੍ਹਾਂ ਸਾਂਝ ਬਿਹਾਗ, ਜਦੋਂ ਜ਼ਿੰਦਗੀ ਦੀ ਰਾਤ ਮੁੱਕ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਮੌਤ ਦਾ ਦਿਨ ਹੈ ਉਹ ਸਾਂਝ ਸਵੇਰ ਵਾਂਗੂ ਚੜ੍ਹ ਜਾਂਦਾ ਹੈ। ਤੇ ਫਿਰ ਜਦੋਂ ਅੰਤ ਦਾ ਸਮਾਂ ਆਉਂਦਾ ਹੈ, ਜਿਹੜਾ ਅੰਤਲਾ ਸਮਾਂ ਹੈ ਸਵੇਰ ਦੀ ਤਰ੍ਹਾਂ ਪ੍ਰਗਟ ਹੋ ਜਾਂਦਾ ਹੈ, ਤੇ ਫਿਰ ਜਿਹੜੇ ਜੀਵ ਰੂਪ ਪੰਛੀ ਨੇ, ਤੱਕੈ ਹੈ ਆਗਾਸ, ਉਹ ਆਕਾਸ਼ ਵੱਲ ਨੂੰ ਤੱਕਦੇ ਨੇ। ਭਾਵ ਉਹ ਆਪਣੀ ਰੋਜੀ ਰੋਟੀ ਵਾਸਤੇ ਅਥਵਾ ਆਪਣੇ ਕਰਮਾਂ ਦਾ ਫਲ ਭੋਗਣ ਦੇ ਵਾਸਤੇ ਇੱਧਰ ਉੱਧਰ ਉਡਾਰੀ ਮਾਰਨ ਦੀ ਸੋਚਦੇ ਹਨ। ਦਹਿ ਦਿਸ ਧਾਵੈ ਕਰਮ ਲਿਖਿਆਸ, ਹਜ਼ੂਰ ਕਹਿੰਦੇ ਜਿਤਨੇ ਵੀ ਜੀਵ ਰੂਪ ਪੰਛੀ ਨੇ ਦਸੋ ਦਿਸ਼ਾ ਵੱਲ ਨੂੰ ਦੌੜਦੇ ਨੇ, ਕਿਉਂਕਿ 4 ਮੁੱਖ ਦਿਸ਼ਾ ਨੇ, ਉੱਤਰ, ਦੱਖਣ, ਪੂਰਬ ਤੇ ਪੱਛਮ, ਤੇ 4 ਹੀ ਉਪ ਦਿਸ਼ਾ ਨੇ। ਉਹਨਾਂ ਦੀਆਂ ਜਿਹੜੀਆਂ ਸੰਧੀ ਵਾਲੀਆਂ ਕੋਣਾਂ ਨੇ, ਧਰਤੀ ਤੇ ਆਕਾਸ਼ ਦੀ 2 ਦਿਸ਼ਾ ਰਲਾ ਕੇ 10 ਦਿਸ਼ਾ ਬਣ ਜਾਂਦੀਆਂ। ਜਿੰਨੇ ਵੀ ਜੀਵ ਰੂਪ ਪੰਛੀ ਨੇ ਦਸੋ ਦਿਸ਼ਾ ਵੱਲ ਨੂੰ ਦੌੜਦੇ ਨੇ। ਕਰਮ ਲਿਖਿਆਸ, ਜਿਵੇਂ ਉਹਨਾਂ ਦੇ ਕਰਮਾਂ ਦੇ ਵਿੱਚ ਲਿਖਿਆ ਹੁੰਦਾ ਹੈ ਉਸੇ ਤਰ੍ਹਾਂ ਦਾ ਉਹ ਦੁੱਖ ਵੀ ਤੇ ਸੁੱਖ ਵੀ ਫਲ ਭੋਗਦੇ ਹਨ। ਨਾਮ ਸੰਜੋਗੀ ਗੋਇਲ ਥਾਟ, ਕਾਮ ਕ੍ਰੋਧ ਫੂਟੈ ਬਿਖ ਮਾਟ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਤੀਸਰੇ ਅੰਕ ਦੇ ਵਿੱਚ ਆਮ ਸੰਸਾਰੀ ਜੀਵਾਂ ਦੀ ਹਾਲਤ ਬਿਆਨ ਕੀਤੀ ਹੈ। ਹੁਣ ਅੱਗੇ ਚੌਥੇ ਅੰਕ ਦੇ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਗੁਰਮੁਖਾਂ ਦੀ ਅਵਸਥਾ ਬਿਆਨ ਕਰਦੇ ਹਨ। ਨਾਮ ਸੰਜੋਗੀ, ਜਿਹੜੇ ਗੁਰਮੁਖ ਵਾਹਿਗੁਰੂ ਦੇ ਨਾਮ ਦੇ ਸੰਜੋਗੀ ਬਣ ਜਾਂਦੇ ਹਨ,
ਗੋਇਲ ਠਾਠ ਉਹ ਇਸ ਦੁਨੀਆ ਨੂੰ, ਇਸ ਸੰਸਾਰ ਨੂੰ ਗੋਲਵਾਸੇ ਦਾ ਹੀ, ਠਾਠ ਦਾ ਅਰਥ ਹੈ ਠਾਠ ਸਮਝਦੇ ਨੇ। ਗੋਲਵਾਸਾ ਕਿਸ ਨੂੰ ਕਹਿੰਦੇ ਹਨ? ਪੁਰਾਣੇ ਸਮੇਂ ਦੇ ਵਿੱਚ ਜਿਹੜੇ ਚਰਵਾਹੇ ਲੋਕ ਸਨ, ਤੇ ਜਦੋਂ ਆਪਣੇ ਪਿੰਡ ਵਿੱਚ ਜਾਂ ਆਪਣੇ ਇਲਾਕੇ ਵਿੱਚ ਘਾਹ ਪੱਠਾ ਮੁੱਕ ਜਾਂਦਾ ਸੀ ਤਾਂ ਉਹ ਕਿਸੇ ਹੋਰ ਦੇਸ਼ ਵਿੱਚ ਚਲੇ ਜਾਂਦੇ ਔਰ ਉੱਥੋਂ ਦੇ ਮਾਲਕਾਂ ਦੇ ਨਾਲ ਗੱਲਬਾਤ ਕਰਦੇ ਵੀ ਅਸੀਂ ਮਹੀਨਾ 2 ਮਹੀਨੇ ਇੱਥੇ ਰਵਾਂਗੇ, ਜਦੋਂ ਘਾਹ ਪੱਠਾ ਸਾਡੇ ਪਿੱਛੇ ਹੋ ਗਿਆ ਫਿਰ ਅਸੀਂ ਵਾਪਸ ਚਲੇ ਜਾਵਾਂਗੇ। ਤੇ ਇਸ ਢੰਗ ਦੇ ਨਾਲ ਉਹ ਵਕਤੀ ਤੌਰ ਤੇ ਜਿਹੜੇ ਗਊਆਂ ਦੇ ਚਰਵਾਹੇ ਸਨ, ਉਹ ਗਊਆਂ ਦੇ ਬੱਗ ਲੈ ਕੇ ਕੁਝ ਸਮਾਂ ਕਿਸੇ ਦੂਸਰੀ ਥਾਂ ਤੇ ਜਾ ਕੇ ਠਹਿਰਦੇ ਸਨ। ਉਹਨੂੰ ਕਹਿੰਦੇ ਸੀ ਗੋਲਵਾਸਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਦ੍ਰਿਸ਼ਟਾਂਤ ਦਿੰਦੇ ਹਨ, ਜਿਹੜੇ ਨਾਮ ਦੇ ਸੰਜੋਗੀ ਮਹਾਂਪੁਰਖ ਨੇ ਉਹ ਇਸ ਸੰਸਾਰ ਨੂੰ ਗੋਲਵਾਸੇ ਵਾਂਗੂ ਹੀ ਇੱਕ ਠਾਠ ਸਮਝਦੇ ਨੇ, ਭਾਵ ਵਕਤੀ ਟਿਕਾਣਾ ਇਸ ਨੂੰ ਸਮਝਦੇ ਹਨ, ਇੱਥੇ ਹਮੇਸ਼ਾ ਰਹਿਣ ਵਾਲਾ ਮੁਕਾਮ ਨਹੀਂ ਸਮਝਦੇ। ਗੁਰਮੁਖ ਇਹ ਗੱਲ ਸਮਝਦੇ ਨੇ ਵੀ ਅਸੀਂ ਸੰਸਾਰ ਦੇ ਵਿੱਚ ਵਕਤੀ ਸਮਾਂ ਬਸਰ ਕਰਨ ਵਾਸਤੇ ਆਏ ਹਾਂ ਤੇ ਸਾਨੂੰ ਵਾਪਸ ਆਪਣੇ ਘਰ ਜਿੱਥੋਂ ਆਏ ਹਾਂ ਉੱਥੇ ਜਾਣਾ ਪਵੇਗਾ। ਗੁਰਮੁਖ ਹਮੇਸ਼ਾ ਲਈ ਸੰਸਾਰ ਦੇ ਵਿੱਚ ਨਿਰਮੋਹ ਹੋ ਕੇ ਅਤੇ ਵੈਰਾਗੀ ਹੋ ਕੇ ਵਰਤਦੇ ਹਨ। ਕਾਮ ਕ੍ਰੋਧ ਫੂਟੈ ਬਿਖ ਮਾਟ। ਜਿਹੜਾ ਕਾਮ ਤੇ ਕ੍ਰੋਧ ਦੇ, ਬਿਖ ਮਾਟ ਦਾ ਅਰਥ ਹੈ ਜਿਹੜੇ ਜ਼ਹਿਰੀਲੇ ਮਟਕੇ ਨੇ ਉਹ ਉਹਨਾਂ ਦੇ ਫੁੱਟ ਜਾਂਦੇ ਨੇ। ਇਹਦਾ ਮਤਲਬ ਇਹ ਹੈ ਜਿਹੜੇ ਗੁਰਮੁਖ ਨਾਮ ਦੇ ਸੰਜੋਗੀ, ਨਾਮ ਦੇ ਸਨੇਹੀ, ਨਾਮ ਦੇ ਪ੍ਰੇਮੀ ਬਣ ਜਾਂਦੇ ਹਨ, ਫਿਰ ਉਹਨਾਂ ਦੇ ਮਨ ਦੇ ਵਿੱਚੋਂ ਨਾਮ ਦੀ ਕਮਾਈ ਦਾ ਸਦਕਾ ਇਹ ਜਿਹੜੇ ਕਾਮ ਕ੍ਰੋਧ ਦੇ ਫੁਰਨੇ ਨੇ ਜਾਂ ਸਾਡੇ ਕਾਮ ਕ੍ਰੋਧ ਦੇ ਨਾਲ ਭਰੇ ਹੋਏ ਜਿਹੜੇ ਸਾਡੇ ਮਨ ਬੁੱਧ ਨੇ ਔਰ ਇਹ ਉਹਨਾਂ ਦੇ ਮਟਕੇ ਫੁੱਟ ਜਾਂਦੇ ਨੇ। ਇਹਦਾ ਮਤਲਬ ਇਹ ਹੈ ਜਿਹੜੇ ਕਾਮ ਕ੍ਰੋਧ ਆਦਿਕ ਵਿਕਾਰ ਨੇ ਉਹਨਾਂ ਦੇ ਅੰਦਰੋਂ ਨਿਕਲ ਜਾਂਦੇ ਹਨ। ਬਿਨ ਵਖਰ ਸੂਨੋ ਘਰ ਹਾਟ, ਗੁਰ ਮਿਲ ਖੋਲੇ ਬੱਜਰ ਕਪਾਟ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿੰਨਾ ਚਿਰ ਤੱਕ ਇਹ ਜੀਵ ਰੂਪੀ ਵਣਜਾਰਾ ਆਪਣੇ ਇਸ ਘਰ ਸਰੀਰ ਦੇ ਅੰਦਰ, ਤੇ ਹਾਟ ਤੋਂ ਮੁਰਾਦ ਹੈ ਆਪਣੇ ਹਿਰਦੇ ਵਿੱਚ, ਵਾਹਿਗੁਰੂ ਦੇ ਨਾਮ ਰੂਪੀ ਵਖਰ ਨੂੰ ਪ੍ਰਾਪਤ ਨਹੀਂ ਕਰ ਲੈਂਦਾ, ਇਹ ਅੰਦਰੋਂ ਸੋਨੋਂ ਦਾ ਅਰਥ ਸੁੰਨਾ ਹੀ ਰਹਿੰਦਾ, ਖਾਲੀ ਹੀ ਰਹਿੰਦਾ। ਬਿਨਾਂ ਨਾਮ ਦੇ ਵਖਰ ਤੋਂ ਸਾਡਾ ਘਰ ਵੀ ਤੇ ਹੱਟ ਵੀ, ਸਾਡਾ ਸਰੀਰ ਵੀ, ਸਾਡਾ ਹਿਰਦਾ ਵੀ ਅੰਦਰੋਂ ਖਾਲੀ ਹੀ ਰਹਿੰਦਾ ਹੈ। ਗੁਰਮਿਲ ਖੋਲੇ ਬੱਜਰ ਕਪਾਟ। ਤੇ ਜਿਹੜੇ ਗੁਰਮੁਖ ਹਨ ਉਹ ਗੁਰੂ ਦੇ ਨਾਲ ਮਿਲ ਕੇ ਜਿਹੜੇ ਬੱਜਰ ਕਪਾਟ ਨੇ, ਬੱਜਰ ਸੱਤਾ ਧਾਤਾਂ ਦੇ ਬਣੇ ਕਵਾੜ ਨੂੰ ਬੱਜਰ ਕਪਾਟ ਕਹਿੰਦੇ ਨੇ। ਬੱਜਰ ਦਾ ਅਸਲੀ ਅਰਥ ਹੁੰਦਾ ਹੈ ਜਿਹੜਾ ਬਹੁਤ ਸਖਤ ਪੱਥਰ ਵਰਗਾ ਕਠੋਰ ਕੋਈ ਧਾਤ ਦਾ ਬਣਿਆ ਦਰਵਾਜ਼ਾ ਹੋਵੇ। ਇਸੇ ਤਰ੍ਹਾਂ ਇਹ ਬੱਜਰ ਕਪਾਟ ਨੇ ਸਾਡੇ ਮਨ ਦੇ ਅੰਦਰ ਲੱਗੇ ਹੋਏ ਭਰਮ ਤੇ ਮੋਹ ਦੇ। ਗੁਰੂ ਦੇ ਨਾਲ ਮਿਲ ਕੇ ਉਹ ਬੱਜਰ ਦੇ ਕਵਾੜਾਂ ਨੂੰ ਖੋਲ ਲੈਂਦੇ ਨੇ ਗੁਰਮੁਖ ਪਿਆਰੇ। ਉਹਨਾਂ ਨੂੰ ਆਪਣੇ ਅੰਦਰਲੇ ਜੀਵਨ ਦੀ ਵੀ ਸੋਝੀ ਪ੍ਰਾਪਤ ਹੋ ਜਾਂਦੀ ਹੈ। ਉਹ ਜਿਹੜੇ ਅੰਦਰਲੇ ਕਵਾੜ ਨੇ ਉਹਨਾਂ ਦੇ ਬਾਰੇ ਮਹਾਂਪੁਰਖ ਇਹ ਵੀ ਦੱਸਦੇ ਸਨ, ਇਹ 5 ਕੋਸ਼ਾਂ ਦੇ ਜਿਹੜੇ ਬੱਜਰ ਕਪਾਟ ਨੇ ਉਹ ਗੁਰੂ ਦੇ ਨਾਲ ਮਿਲ ਕੇ ਖੋਲ ਲੈਂਦੇ ਨੇ। ਉਹ 5 ਕੋਸ਼ ਕਿਹੜੇ ਨੇ? ਇੱਕ ਅੰਨਮੈ ਕੋਸ਼ ਹੈ, ਦੂਸਰਾ ਪ੍ਰਾਣਮੈ ਕੋਸ਼ ਹੈ, ਤੀਸਰਾ ਮਨੋਮੈ ਕੋਸ਼ ਹੈ ਅਤੇ ਚੌਥਾ ਵਿਗਿਆਨਮੈ ਕੋਸ਼ ਹੈ ਤੇ 5ਵਾਂ ਆਨੰਦਮੈ ਕੋਸ਼ ਹੈ। ਔਰ ਇਹ 5 ਪਰਦਿਆਂ ਦੇ ਪਿੱਛੇ ਸਾਡੀ ਆਤਮਾ ਤੇ ਉਸ ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼ ਸੁਭਾਏਮਾਨ ਹੈ।